ਘਰ ਘਰ ਨੌਕਰੀ ਅਤੇ ਹੁਨਰ ਨੂੰ ਤਰਜੀਹ ਦੇਣ ਦੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਥੱਕ ਹਾਰ ਕੇ ਨੌਜਵਾਨ ਤਾਂ ਆਪਣੇ ਹੁਨਰ ਅਤੇ ਪੜ੍ਹਾਈ ਨੂੰ ਦਰਕਿਨਾਰ ਕਰਕੇ ਘਰ ਬੈਠ ਕੇ ਛੋਟਾ-ਮੋਟਾ ਕੰਮ ਧੰਦਾ ਹੀ ਆਪਣਾ ਲੈਣਾ ਚੰਗਾ ਸਮਝਦੇ ਹਨ। ਮਨਪ੍ਰੀਤ ਸਿੰਘ ਦੱਸਦੀ ਹੈ ਕਿ ਉਹ 4 ਭੈਣ ਭਰਾ ਸਨ। ਹੁਣ ਘਰ ਵਿੱਚ ਉਹ ਉਸ ਦੀ ਛੋਟੀ ਭੈਣ ਅਤੇ ਮਾਂ ਹੀ ਰਹਿੰਦੀ ਹੈ। ਮਾਂ ਪਰਮਜੀਤ ਕੌਰ ਦੀ ਸੁਪਨਾ ਸੀ ਕਿ ਉਸਦੇ ਬੱਚੇ ਪੜ੍ਹ ਲਿਖ ਕੇ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਣ ਤਾਂ ਜੋ ਉਹ ਗਰੀਬੀ ਉਸਨੇ ਵੇਖੀ ਹੈ ਉਹ ਉਸਦੇ ਬੱਚਿਆਂ ਨੂੰ ਨਾ ਦੇਖਣੀ ਪਵੇ। ਵੱਡੀ ਭੈਣ ਗ੍ਰੈਜੂਏਟ ਹੈ ਅਤੇ ਉਸਦੇ ਕਈ ਭਰਤੀਆਂ ਵੇਖੀਆਂ, ਪਰ ਅਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹਦੀ। ਉਹ ਲਗਭਗ 2 ਸਾਲ ਪਹਿਲਾਂ ਵਿਆਹੀ ਗਈ ਹੈ। ਭਰਾ ਦੀ ਭਰਤੀ ਦੀ ਤਿਆਰੀ ਕਰਦਾ ਸੀ, ਪਰ ਕੁਝ ਸਾਲ ਪਹਿਲਾਂ ਦੌੜ ਲਗਾਉਂਦਿਆਂ ਹੀ ਉਸ 'ਤੇ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਪਿਤਾ ਨੇ ਇਸੇ ਦੁੱਖੇ ਮੰਜਾ ਫੜ ਲਿਆ ਅਤੇ ਹੌਲੀ-ਹੌਲੀ ਮੌਤ ਦੇ ਵੱਲ ਵੱਧਦਾ ਗਿਆ। ਮਨਪ੍ਰੀਤ ਨੇ ਨੌਕਰੀ ਲਈ ਵੀ ਜਗ੍ਹਾ ਧੱਕੇ ਖਾਧੇ ਅਤੇ ਹੁਣ ਉਹ ਥੱਕ ਹਾਰ ਕੇ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਅਤੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਮਜਬੂਰ ਹੋ ਗਈ ਹੈ। ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਬੰਦੇ ਹੈ ਨਹੀਂ, ਮੁੰਡੇ ਹੈ ਨਹੀਂ ਆ। ਜਨਾਨੇ ਦੇ ਸਿਰ 'ਤੇ ਮੈਂ ਆਪਣੇ ਸਿਰ 'ਤੇ ਘਰਾਂ ਦੇ ਕੰਮ ਕਰਕੇ ਬੱਚੇ ਪੜ੍ਹਾਉਣ ਡਈ ਸੀ। ਬੱਚਿਆਂ ਦੇ ਖਾਣਾ ਸਭ ਕੁਝ, ਕੱਪੜੇ, ਫਿਰ ਕੰਮ ਕਰਕੇ ਫਿਰ ਇਹਨਾਂ ਦੇ ਚਲਾਈਦਾ। ਬੇੜੀ ਦਾ ਕਿਦਾਂ ਹੋਈ? ਇਹ ਦੌੜੋਂ ਹੀ ਗਿਆ ਹੀ ਭਰਤੀ ਵੇਖਣ, ਫਿਰ ਅਟੈਕ ਹੋ ਗਿਆ। ਫਿਰ ਕੀ ਕੀਤਾ ਜਾਵੇ? ਫਿਰ ਘਰ ਵਾਲੇ ਦਾ ਕਿਦਾਂ ਹੋਈ ਡੈਡੀ? ਘਰ ਵਾਲਾ ਦਾ ਫਿਰ ਇਸ ਤਰ੍ਹਾਂ ਬੱਚੇ ਦਾ ਸੋਚ ਕਰਕੇ 1.5 ਸਾਲ ਪਿੱਛੋਂ ਡੈਥ ਹੋ ਗਈ। ਤੇ ਕਿਸ ਤਰ੍ਹਾਂ ਪੜਾਇਆ ਬੱਚਿਆਂ ਨੂੰ ਤੁਸੀਂ? ਬੱਚਿਆਂ ਦੇ ਸਰਕਾਰਾਂ ਦੇ ਕੰਮ ਕਰਕੇ। ਕਿੱਥੇ ਕੰਮ ਕਰਦੇ? ਕੀ ਕੰਮ ਕਰਦੇ? ਕੰਮ ਤੁਹਾਨੂੰ ਪਤਾ ਹੀ ਸਭ ਕੁਛ ਕਰੀਦਾ ਜੀ। ਜੋ ਕੰਮ ਖੁੱਲ੍ਹਾ ਕੰਮ ਮਿਲ ਗਿਆ ਕਰੀਦਾ। ਵਿਆਹਾਂ ਸ਼ਾਦੀ ਦੇ ਵੀ ਕਰ ਲਈਦਾ, ਘਰਾਂ ਦੇ ਕੰਮ ਵੀ ਸਫਾਈਆਂ ਦੇ ਕਰੀਦਾ, ਰੋਟੀ ਪਕਾਈਦਾ, ਕੱਪੜੇ ਧੋਈਦਾ। ਹੁਣ ਝੋਨੇ ਦਾ ਦਿਨ, ਛੁੱਟੀ ਕਰਕੇ ਝੋਨਾ ਲਾਉਣ ਡਈ। ਅੰਮ੍ਰਿਤ ਕਦੋਂ ਚੁੱਕਾ ਹੋ ਗਏ ਉਦੋਂ ਕਾਕਾ ਸੀ, ਕਾਕੇ ਨੇ ਲੈ ਕੇ ਗਏ। 9 ਸਾਲ ਹੋ ਗਏ। ਕਿੰਨੀ ਦੇਰ ਹੋ ਗਈ? ਹੋ ਗਏ ਆ, ਕਿੰਨੇ ਸਾਲ ਹੋ ਗਏ। ਸਾਰੇ ਪਰਿਵਾਰ ਨੇ ਮਿਲ ਛਕਿਆ? ਹਾਂਜੀ। ਕਿੱਥੋਂ ਛਕਿਆ ਮਰ? ਅੰਮ੍ਰਿਤਸਰ ਤੇ। ਫਿਰ ਕੀ ਮੰਨਦੇ ਹੋ, ਸਰਕਾਰਾਂ ਦਾ ਕੀ ਮੰਨਦੇ ਹੋ ਵੀ ਇੰਨਾ ਪੜਾਉਣ ਦੇ ਬਾਵਜੂਦ ਵੀ ਜਿਹੜਾ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ? ਸਾਨੂੰ ਇਹ ਹੀ ਆ ਮੁੰਡੇ ਨੂੰ ਗੱਲ ਕਰਨ ਦੇ ਇਹ ਵੀ ਆਖਣ ਦੇ ਸੀ ਬਹੁ ਪੁੱਤ ਕਿਤੇ ਲਵਾ, ਗੁੱਡੀਆਂ ਨਾ ਇੰਨੀਆਂ ਪੜੀਆਂ ਸੀ। ਇਹ ਜਦੋਂ ਝੋਨਾ ਦਾ ਸੀਜ਼ਨ ਆਉਂਦੇ ਆ ਨਾ ਉਦੋਂ ਹੀ ਇਹ ਸਾਈਡ ਆ ਜਾਈਦਾ। ਸਾਰੇ ਪੁੱਛਦੇ ਕੀ ਕੀਤੇ ਤੁਸੀਂ, ਕਿੰਨੇ ਕੇ ਪੜੀਆਂ ਸੀ? ਮੈਂ ਕੁੜੀਆਂ ਪੜੀਆਂ ਸੀ, ਇਹਨਾਂ ਨੂੰ ਕਿਤੇ ਲਵਾ ਕਰਕੇ। ਸਰਕਾਰਾਂ ਨੂੰ ਕੀ ਮੰਗ ਕਰਦੇ ਹੋ? ਸਰਕਾਰਾਂ ਨੂੰ ਕੀ ਕਹਿੰਦੇ ਹੋ? ਸਰਕਾਰਾਂ ਨੂੰ ਤੇ ਆਖੀਦਾ ਲਵਾਉਂਦੇ ਨਹੀਂ ਬੱਚਿਆਂ ਨੂੰ। ਇਹੋ ਹੀ ਆਖੀਦਾ ਵੀ ਸਰਕਾਰ ਲਵਾਉਣ ਕਿਸੇ ਪਾਸੇ, ਗਰੀਬਾਂ ਦੇ ਕੋਈ ਹੈ ਹੀ ਨਹੀਂ। ਮੈਂ MSc ਕੀਤੀ ਆ, BSc ਕਰਕੇ MSc ਕੀਤੀ ਆ। ਮੇਰੀ ਮੰਮੀ ਨੇ ਮੈਨੂੰ ਮਿਹਨਤ ਕਰਕੇ ਪੜ੍ਹਾਇਆ ਵਾ। ਮੇਰੇ ਬ੍ਰਦਰ ਦੀ ਡੈਥ ਹੋਣ ਤੋਂ ਬਾਅਦ ਮੇਰੇ ਡੈਡੀ ਜਿਹੜੇ ਆ ਉਹ ਬਹੁਤ ਟੈਨਸ਼ਨ 'ਚ ਰਹਿੰਦੇ ਸੀ। ਘਰ ਦੀ ਜ਼ਿੰਮੇਵਾਰੀ ਕਿੱਦਾਂ ਚੱਲੇਗੀ, ਘਰ ਦਾ ਖਰਚ ਕਿਵੇਂ ਚੱਲੇਗਾ। ਉਹਨਾਂ ਤੋਂ ਬਾਅਦ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਅਤੇ ਹੁਣ ਸਰਕਾਰ ਜਿਹੜੀ ਆ ਕੋਈ ਨੌਕਰੀ ਨਹੀਂ ਦੇ ਰਹੀ। ਇੰਨੀ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਵੀ ਅਸੀਂ ਝੋਨਾ ਲਾ ਰਹੇ ਹਾਂ। ਕਿੰਨੀ ਪੜ੍ਹਾਈ ਕੀਤੀ? ਕਿੱਥੋਂ ਕੀਤੀ ਪੜ੍ਹਾਈ? +2 ਮੈਂ ਪਿੰਡ ਵਾਲੇ ਸਕੂਲ ਤੋਂ ਕੀਤੀ ਆ ਅਤੇ BSc ਜਿਹੜੀ ਉਹ ਮੈਂ ਬੇਬੇ ਨਾਨਕੀ ਖਾਲਸਾ ਕਾਲਜ ਫੋਰ ਵੂਮੈਨ ਧਾਰੀਵਾਲ ਤੋਂ ਕੀਤੀ ਆ। MSc ਮੈਂ ਸ਼ਾਂਤੀ ਦੇਵੀ ਆਲੇ ਮਹਿਲਾ ਕਾਲਜ ਦੀਨਾਨਗਰ ਤੋਂ ਕੀਤੀ ਆ। ਕਿੱਥੇ ਨੌਕਰੀ ਵਾਸਤੇ ਅਪਲਾਈ ਕੀਤਾ? ਟੈਸਟ ਵੀ ਬਹੁਤ ਦਿੱਤੇ ਨੇ। ਮੈਂ ਪਟਵਾਰੀ ਦਾ ਟੈਸਟ ਵੀ ਦਿੱਤਾ ਵਾ, ਰੇਲਵੇ ਦਾ ਟੈਸਟ ਵੀ ਦਿੱਤਾ ਵਾ, ਹੋਰ ਵੀ ਬਹੁਤ ਸਾਰੇ ਮੈਂ ਟੈਸਟ ਦਿੱਤੇ ਆ 2 ਸਾਲਾਂ ਤੋਂ। ਅਤੇ ਹੁਣ ਮੈਂ ਆਪਣੇ ਘਰ ਦੀ ਜ਼ਿੰਮੇਵਾਰੀ, ਘਰ ਦਾ ਖਰਚ ਤੋਰਨ ਵਾਸਤੇ ਆਪਣੀ ਮੰਮੀ ਦੇ ਨਾਲ ਝੋਨਾ ਲਗਾ ਰਹੀ ਹਾਂ। ਸਰਕਾਰਾਂ ਕਹਿੰਦੀਆਂ ਵੀ ਆਪਾਂ ਸਕਿੱਲ ਡਿਵੈਲਪਮੈਂਟ ਕੋਰਸ ਕਰਾਉਂਦੇ ਮਹਿਲਾਵਾਂ ਨੂੰ ਉੱਪਰ ਜਗ੍ਹਾ ਹੋਰ ਕਈ ਮੌਕੇ ਦਿੱਤੇ ਜਾਂਦੇ ਨੇ। ਹਾਂਜੀ। ਤੇ ਤੁਹਾਨੂੰ ਕਿਉਂ ਨਹੀਂ ਮਿਲਿਆ? ਕੋਰਸ 'ਤੇ ਬਹੁਤ ਅਪਲਾਈ ਦਿੱਤੇ ਨੇ ਹੋਏ ਨੇ, ਬਟ ਨੌਕਰੀ ਨਹੀਂ ਮਿਲ ਰਹੀ। ਕਿੱਥੇ ਅਪਲਾਈ ਕੀਤਾ ਤੁਸੀਂ? ਮੈਂ 2-3 ਸਕੂਲਾਂ 'ਤੇ ਅਪਲਾਈ ਕੀਤਾ ਵਾ ਅਤੇ ਉਹਦੇ ਬਾਵਜੂਦ ਵੀ ਮੈਨੂੰ ਨੌਕਰੀ ਨਹੀਂ ਮਿਲ ਰਹੀ। ਟੈਸਟ ਵੀ ਮੈਂ ਬਹੁਤ ਦਿੱਤੇ ਨੇ। ਚੰਡੀਗੜ੍ਹ ਜਾ ਕੇ ਵੀ ਮੈਂ ਟੈਸਟ ਦਿੱਤਾ ਵਾ, ਪਠਾਨਕੋਟ ਜਾ ਕੇ ਵੀ ਦਿੱਤਾ, ਅੰਮ੍ਰਿਤਸਰ ਵਿੱਚ ਵੀ 2-3 ਟੈਸਟ ਦਿੱਤੇ ਨੇ, ਪਰ ਕੋਈ ਗੱਲ ਨਹੀਂ ਬਣੀ। ਕੀ ਰਿਸਪੌਂਸ ਮਿਲਦਾ ਅੱਗੋਂ ਤੁਸੀਂ ਟੈਸਟ ਦਿੱਤੇ? ਟੈਸਟ ਕਲੀਅਰ ਵੀ ਹੋ ਜਾਂਦੇ ਨੇ, ਬਟ ਤੁਹਾਨੂੰ ਪਤਾ ਹੀ ਆ ਵੀ ਪੈਸੇ ਵਾਲੇ ਜਿਹੜੇ ਉਹ ਅੱਗੇ ਆ ਜਾਂਦੇ ਨੇ, ਫਿਰ ਮਨ ਦੁਖੀ ਹੋ ਜਾਂਦਾ। ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਘਰ ਦਾ? ਘਰ ਦਾ ਗੁਜ਼ਾਰਾ ਮੈਂ ਸਟਿਚਿੰਗ ਕਰਦੀ ਹਾਂ, ਟਿਊਸ਼ਨ ਪੜ੍ਹਾਉਂਦੀ ਬੱਚਿਆਂ ਨੂੰ।
ਹੋਰ ਪਿੰਡ 'ਚ ਕੰਮ ਕਰਕੇ ਫਿਰ ਘਰ ਦਾ ਗੁਜ਼ਾਰਾ ਤੋਰ ਲਿਆ। ਤੇ ਮੇਰੀ ਵੱਡੀ ਸਿਸਟਰ ਆ, ਉਹਨਾਂ ਨੇ ਵੀ BA ਕੀਤੀ ਆ, ਕੰਪਿਊਟਰ ਦਾ ਕੋਰਸ ਕੀਤਾ ਵਾ, ਫੈਸ਼ਨ ਡਿਜ਼ਾਈਨਿੰਗ ਕੀਤੀ ਆ। ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ, ਭਰਤੀ ਵੀ ਵੇਖੀ ਆ, 3-4 ਵਾਰ ਭਰਤੀ ਵੇਖੀ ਉਹਨਾਂ ਨੇ। ਸਭ ਕੁਝ ਹੋ ਜਾਣ ਦੇ ਬਾਵਜੂਦ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਹੁਣ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਹੁਣ ਮੈਂ, ਮੇਰੀ ਮੰਮੀ ਤੇ ਛੋਟੀ ਭੈਣ। ਕੀ ਮੰਗ ਕਰਦੇ ਸਰਕਾਰਾਂ ਨੂੰ? ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਨੌਕਰੀ ਦਿੱਤੀ ਜਾਵੇ। ਉੱਥੇ ਹੀ ਪਿੰਡ ਵਾਸੀ ਜੇਮਲ ਸਿੰਘ ਦੱਸਦੇ ਹਨ ਕਿ ਇਸ ਪਰਿਵਾਰ ਦੀ ਬਦਕਿਸਮਤੀ ਹੈ ਕਿ ਪਹਿਲਾਂ ਪਰਿਵਾਰ ਦਾ ਲੜਕਾ ਅਚਾਨਕ ਰੱਬ ਨੂੰ ਪਿਆਰਾ ਹੋ ਗਿਆ ਤੇ ਫਿਰ ਪਿਓ ਦੀ ਮੌਤ ਹੋ ਗਈ। ਪਰ ਇਸ ਗੁਰਸਿੱਖ ਮਾਂ ਦੀ ਧੀ ਨੇ ਮਿਹਨਤ ਕੀਤੀ ਹੈ। ਪਰਮਜੀਤ ਕੌਰ ਨੇ ਲੋਕਾਂ ਦੇ ਘਰ ਕੰਮ ਕਰਕੇ ਅਤੇ ਗੋਹਾ ਚੁੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ, ਪਰ ਪੜ੍ਹਨ ਦੇ ਬਾਵਜੂਦ ਵੀ ਲੜਕੀ ਖੇਤਾਂ ਵਿੱਚ ਝੋਨਾ ਲਗਾਉਣ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜਬੂਰ ਹੈ। ਸਰਕਾਰ ਮਾੜੇ ਪਰਿਵਾਰਾਂ ਦਾ ਜੀਵਨ ਸੱਤਰ ਉੱਚਾ ਚੁੱਕਣ ਦੇ ਦਾਅਵੇ ਤਾਂ ਬਹੁਤ ਕਰਦੀ ਹੈ, ਪਰ ਅਜਿਹੇ ਪਰਿਵਾਰ ਤੇ ਉਸ ਦੀ ਨਜ਼ਰ ਨਹੀਂ ਪੈਂਦੀ, ਜਦ ਕਿ ਇਹ ਲੜਕੀ ਪੜ੍ਹ ਲਿਖ ਕੇ ਨੌਕਰੀ ਕਰਨ ਦੀ ਹੱਕਦਾਰ ਬਣਦੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ। ਇਹ ਜੀ ਇਹਨਾਂ ਦੀ ਬਦਕਿਸਮਤੀ ਕਹਿ ਲਓ। ਪਹਿਲਾਂ ਤੇ ਇਹਨਾਂ ਦਾ ਬ੍ਰਦਰ ਜਿਹੜਾ ਸੀ ਜਵਾਨ ਹੋਇਆ ਸੀ, ਭਰਤੀ ਦੀ ਤਿਆਰੀ ਕਰ ਰਿਹਾ ਸੀ, ਉਹਦੀ ਡੈਥ ਦੌੜ ਲਾਉਂਦੇ ਦੀ ਸਾਡੇ ਪਿੰਡ ਹੀ ਹੋ ਗਈ। ਉਸ ਤੋਂ ਬਾਅਦ ਉਹਦਾ ਸਦਮਾ ਨਹੀਂ ਸਹਿਆ ਇਹਨਾਂ ਦੇ ਡੈਡੀ ਨੇ, ਉਹ ਵੀ ਪੂਰੇ ਹੋ ਗਏ। ਤੇ ਫਿਰ ਵੀ ਇਹਨਾਂ ਦੀ ਮਾਂ ਦੀ ਇੰਨੀ ਬਹਾਦਰੀ ਆ ਕਿ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਲਾ ਕੇ, ਗੋਹਾ ਸੁੱਟ ਕੇ, ਆ ਹੁਣ ਝੋਨਿਆਂ ਦਾ ਸੀਜ਼ਨ ਆ, ਝੋਨੇ ਲਾ ਕੇ ਆਪਣੀਆਂ ਕੁੜੀਆਂ ਨੂੰ ਇਹਨੇ ਪੜ੍ਹਾਇਆ। ਬਹੁਤ ਮਿਹਨਤ ਕਰਕੇ ਬਹੁਤ ਵਧੀਆ ਪੜ੍ਹਾਈ ਕਰਵਾਈ ਕੁੜੀਆਂ ਨੂੰ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਗੀ, ਪਰ ਅਸੀਂ ਸਰਕਾਰ ਦੇ ਗਾੜੀ ਇਹੋ ਗੁਜ਼ਾਰਿਸ਼ ਕਰਦੇ ਹਾਂ ਵੀ ਇਹਨਾਂ ਕੁੜੀਆਂ ਨੂੰ ਨੌਕਰੀ ਦੀ ਕੋਈ ਕਿਰਨ ਨਜ਼ਰ ਆਵੇ ਤੇ ਨੌਕਰੀ ਦਿੱਤੀ ਜਾਵੇ ਇਹਨਾਂ ਨੂੰ। ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਵੀ ਆਪਾਂ ਸਕਿੱਲ ਡਿਵੈਲਪਮੈਂਟ ਖੋਲੇ ਕੋਰਸ ਖੋਲੇ ਨੇ ਕੁੜੀਆਂ ਦੇ ਵਾਸਤੇ, ਉਹਦੇ ਵਾਸਤੇ ਹੋਰ ਬੜਾ ਕੁਝ ਜਿਹੜੇ ਉਪਰਾਲੇ ਕਰ ਰਹੇ ਆ, ਕੀ ਮੰਨਦੇ ਹੋ? ਇਹਨਾਂ ਵਾਸਤੇ ਹਾਲੇ ਕੁੱਖ ਨਹੀਂ, ਅਸੀਂ ਤਾਂ ਕੋਈ ਵੇਖਿਆ ਨਹੀਂ, ਕਹਿੰਦੀਆਂ ਨੇ ਸਰਕਾਰਾਂ, ਸੁਣਿਆ ਹੀ ਆ। ਵੈਸੇ ਬਹੁਤ ਧੀਆਂ ਵੇਖੀਆਂ ਨੇ, ਆਈਲੈਟਸ ਕਰਕੇ ਬਾਹਰ ਨੂੰ ਬੱਚੇ ਦੌੜੀ ਜਾਂਦੇ ਨੇ। ਜੇ ਇੱਥੇ ਨੌਕਰੀਆਂ ਮਿਲਣ ਤਾਂ ਬਾਹਰ ਕਿਉਂ ਜਾਣ, ਹੈ ਨਾ। ਅਤੇ ਇਸ ਕਰਕੇ ਸਰਕਾਰ ਗੜੀ ਇਹੋ ਗੁਜ਼ਾਰਿਸ਼ ਆ ਵੀ ਇਹ ਬੱਚੀਆਂ ਵੱਲ ਧਿਆਨ ਦਿੱਤਾ ਜਾਏ, ਕਿਉਂਕਿ ਬਹੁਤ ਲੋੜਵੰਦ ਪਰਿਵਾਰ ਆ ਇਹ ਸਿੱਖੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ, ਅਤੇ ਇਹਨਾਂ ਨੂੰ ਜਿੰਨੀ ਪੜ੍ਹਾਈ ਕੀਤੀ ਆ ਇਹ ਨੌਕਰੀ ਦੀਆਂ ਹੱਕਦਾਰ ਹਨ, ਅਤੇ ਇਹਨਾਂ ਨੂੰ ਜ਼ਰੂਰ ਨੌਕਰੀ ਦਿੱਤੀ ਜਾਵੇ।